ਧੰਨ ਵਾਹਿਗੁਰੂ ਸਾਹਿਬ ਜੀਓ। ਭੂਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ। ਵਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਹ। ਬਾਰ ਜਾਉ ਲਖ ਬੇਰੀਆਂ, ਹਰ ਸੱਜਣ ਅਗਮ ਅਗਾਹ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆਹ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆਹ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗੀ ਜਨੋ, ਅੱਜ ਦਾ ਚੜ੍ਹਿਆ ਹੋਇਆ ਮੁਬਾਰਕ ਮਹੀਨਾ, ਪੋਹ ਦਾ ਮਹੀਨਾ, ਜਿਸ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਸਾਨੂੰ ਕਮਾਉਣ ਵਾਸਤੇ ਬਖਸ਼ਿਸ਼ ਕੀਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸੰਖੇਪ ਜਿਹੀ ਵਿਚਾਰ ਇਸ ਮਹੀਨੇ ਦੀ ਆਪ ਜੀ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ। ਸਤਿਗੁਰੂ ਮਹਾਰਾਜ ਆਖਦੇ ਨੇ, ਭੂਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੋਹ ਦੇ ਮਹੀਨੇ ਦੇ ਵਿੱਚ ਕਠੋਰਤਾ ਦਾ ਕੱਕਰ ਜਿਹੜਾ ਹੈ, ਉਹਨਾਂ ਮਨੁੱਖਾਂ ਨੂੰ ਨਹੀਂ ਵਿਆਪਦਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪਰਮੇਸ਼ਰ ਨੂੰ ਵਸਾ ਲਿਆ ਹੈ, ਉਹਦੀ ਯਾਦ ਨੂੰ ਵਸਾ ਲਿਆ ਹੈ। ਇਹਨਾਂ ਦਿਨਾਂ ਦੇ ਅੰਦਰ ਜਦੋਂ ਅੱਤ ਦਾ ਕੋਰਾ ਪੈਂਦਾ ਹੈ, ਭਾਵ ਅੱਤ ਦੀ ਸਰਦੀ ਪੈਂਦੀ ਹੈ, ਮਨੁੱਖ ਆਲਸੀ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਸ ਆਲਸ ਦੇ ਕਾਰਨ ਮਨੁੱਖ ਹਰੇਕ ਕੰਮ ਕਰਨ ਵਿੱਚ ਦੇਰੀ ਕਰਦਾ ਹੈ। ਪਰ ਜਿਹੜੇ ਮਨੁੱਖ ਪਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ, ਉਹਨਾਂ ਨੂੰ ਦੇ ਜੀਵਨ ਦੇ ਵਿੱਚ ਆਲਸ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਲੋਕਾਂ ਨੂੰ ਫਿਰ ਲੋਕ ਪੁੱਛਦੇ ਨੇ ਵੀ ਤੁਹਾਡੇ ਜੀਵਨ ਵਿੱਚ ਆਲਸ ਕਿਉਂ ਨਹੀਂ ਹੈ। ਮਹਾ ਮੋਹਣੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਿਓਰੀ। ਕਿਉਂਕਿ ਉਹਨਾਂ ਦੇ ਜੀਵਨ ਵਿੱਚ ਆਲਸ ਖਤਮ ਹੋ ਜਾਂਦਾ ਹੈ। ਉਹ ਤੇ ਪਰਮੇਸ਼ਰ ਵੱਲ ਸਾਵਧਾਨ ਹੋ ਕੇ ਉਸ ਦੀ ਉਸਤਤ ਕਰਦੇ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਹੋ ਕਰਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਉਹ ਵਿਕਾਰ ਖਤਮ ਹੋ ਜਾਂਦੇ ਨੇ। ਉਹ ਵਿਕਾਰ ਜਿਹੜੇ ਮਨੁੱਖ ਨੂੰ ਆਪਣੇ ਅਧੀਨ ਚਲਾਉਂਦੇ ਨੇ, ਉਹੀ ਵਿਕਾਰ ਫਿਰ ਮਨੁੱਖ ਦੇ ਅਧੀਨ ਹੋ ਜਾਂਦੇ ਨੇ ਜਦੋਂ ਉਹ ਪਰਮੇਸ਼ਰ ਦੇ ਨਾਮ ਨੂੰ, ਪਰਮੇਸ਼ਰ ਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਨ ਲੋਗਨ ਸਿਉ ਹਮ ਭਏ ਬੈਰਾਈ, ਏਕ ਗ੍ਰਹਿ ਮੈਂ ਦੋਏ ਨਾ ਖਟਾਈ। ਉਹਨਾਂ ਲੋਕਾਂ ਦੇ ਨਾਲ, ਭਾਵ ਉਹਨਾਂ ਵਿਕਾਰਾਂ ਦੇ ਨਾਲ ਫਿਰ ਮਨੁੱਖ ਦੀ ਵੈਰਤਾ ਪੈ ਜਾਂਦੀ ਹੈ, ਵੈਰੀ ਬਣ ਜਾਂਦੇ ਨੇ। ਪਤਾ ਲੱਗ ਜਾਂਦਾ ਵੀ ਇਹ ਸਾਡੇ ਵੈਰੀ ਨੇ। ਫਿਰ ਇੱਕ ਘਰ ਦੇ ਵਿੱਚ ਉਹ ਦੋਵਾਂ ਦਾ ਵਾਸਾ ਨਹੀਂ ਹੁੰਦਾ। ਏਕ ਗ੍ਰਹਿ ਮੈਂ ਦੋਏ ਨਾ ਖਟਾਈ, ਆਏ ਪ੍ਰਭ ਪੈ ਅੰਚਲ ਲਾਗ,
ਕਰੋ ਤਪਾਵਸ ਪ੍ਰਭ ਸਰਵਾਂਗ। ਜਿਹੜੇ ਪਰਮੇਸ਼ਰ ਦੇ ਅੰਚਲ ਭਾਵ ਉਸ ਦੇ ਨਾਲ ਜੁੜ ਜਾਂਦੇ ਨੇ ਤੇ ਫਿਰ ਉਹ ਸਭ ਕੁਝ ਜਾਣ ਲੈਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪ੍ਰਭ ਹਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਉਹ ਫਿਰ ਪਰਮੇਸ਼ਰ ਹੱਸ ਬੋਲ ਕੇ ਇਹ ਗੱਲ ਨਿਆਂ ਦੇ ਉੱਤੇ ਲੈ ਆਉਂਦਾ ਹੈ ਵੀ ਇਹ ਜਿਹੜੇ ਦੂਤ ਨੇ ਭਾਵ ਪੰਜ ਵਿਕਾਰ ਨੇ ਉਹ ਫਿਰ ਮਨੁੱਖ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਤੇ ਫਿਰ ਉਪਾਧੀ ਮਿਲ ਜਾਂਦੀ ਹੈ, ਤੂੰ ਠਾਕਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਵੇਰਾ। ਗੁਰੂ ਨੇ ਨਵੇਰਾ ਕਰ ਦਿੱਤਾ ਵੀ ਇਹ ਹਿਰਦਾ ਜਿਹੜਾ ਹੈ ਉਹ ਪਰਮੇਸ਼ਰ ਦੀ ਯਾਦ ਸਮਾਉਣ ਵਾਸਤੇ ਹੈ, ਨਾ ਕਿ ਇਸ ਹਿਰਦੇ ਦੇ ਵਿੱਚ ਜਿਹੜੇ ਵਿਕਾਰ ਨੇ ਉਹਨਾਂ ਨੂੰ ਸਾਂਭਣ ਦਾ ਹੈ। ਇਹ ਤੇ ਕੇਵਲ ਪਰਮੇਸ਼ਰ ਦੀ ਯਾਦ ਵਿੱਚ ਵਸਾਉਣ ਵਾਲਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਈ। ਸਭ ਕਹਿਣ ਲੱਗੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕੰਠ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਪਰੋਤਾ ਜਾਂਦਾ ਹੈ ਭਾਵ ਵਸ ਜਾਂਦਾ ਹੈ, ਉਹ ਪਰਮੇਸ਼ਰ ਨੂੰ ਸਿਮਰਦੇ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਆ ਜਾਂਦਾ ਹੈ ਤੇ ਉਹਨਾਂ ਦੇ ਜੀਵਨ ਵਿੱਚ ਕੋਈ ਵਿਘਨ ਜਿਹੜਾ ਹੈ ਉਹ ਨਹੀਂ ਪੈਂਦਾ। ਉਹਨਾਂ ਦੇ ਸਾਰੇ ਵਿਘਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਮਨੁੱਖਾਂ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਬਿਨਿਆ ਜਾਂਦਾ ਹੈ। ਉਹ ਤੇ ਹਰੇਕ ਸਾਹ ਦੇ ਨਾਲ ਉਸ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਤੜਫਦਾ ਹੈ। ਜਿਨ੍ਹਾਂ ਦਾ ਮਨ ਉਸ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਵਿਝ ਜਾਂਦਾ ਹੈ, ਉਹਨਾਂ ਦੀ ਹਾਲਾਤ ਬਣ ਜਾਂਦੀ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਉਹ ਤੇ ਚਾਤਰਕ ਦੀ ਨਿਆਈ ਬਿਲਾਪ ਕਰਦੇ ਨੇ ਉਸ ਪਰਮੇਸ਼ਰ ਦੇ ਦਰਸ਼ਨਾਂ ਦੇ ਵਾਸਤੇ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ, ਹੂੰ ਕੋਲੀ ਜਿਉ ਕੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜਿਉ। ਉਹ ਤੇ ਪਿਆਰੇ ਵਾਸਤੇ ਤੜਫਦੇ ਨੇ ਕਿ ਉਸ ਪਰਮੇਸ਼ਰ ਦੀ ਦਰਸ਼ਨ ਜਿਹੜੇ ਨੇ ਉਹ ਮੈਨੂੰ ਸਦਾ ਜਿਹੜੇ ਨੇ ਉਹ ਹੁੰਦੇ ਰਹਿਣ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ। ਉਹ ਜੀਵ ਫਿਰ ਉਸ ਪਰਮੇਸ਼ਰ ਅਕਾਲ ਪੁਰਖ ਦੀ ਓਟ ਆਸਰਾ ਲੈਂਦੇ ਨੇ ਤੇ ਉਹਦੇ ਓਟ ਆਸਰੇ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਫਿਰ ਆਪਣੇ ਪਰਮੇਸ਼ਰ ਪ੍ਰਤੀ ਦੀ ਸੇਵਾ ਦੇ ਵਿੱਚ ਸਦਾ ਹੀ ਲੱਗੇ ਰਹਿੰਦੇ ਨੇ, ਉਹਦਾ ਲਾਭ ਪ੍ਰਾਪਤ ਕਰਦੇ ਨੇ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ। ਉਹ ਤੇ ਪਤੀ ਪਰਮੇਸ਼ਰ ਦੀ ਸੇਵਾ ਦਾ ਲਾਹਾ ਜਿਹੜਾ ਹੈ ਉਹ ਪ੍ਰਾਪਤ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਤੇ ਪਰਮੇਸ਼ਰ ਦੀ ਟੇਕ ਲੈਂਦੇ ਨੇ ਮਨ ਦੇ ਅੰਦਰ ਤੇ ਉਹਨਾਂ ਨੂੰ ਉਹ ਟੇਕ ਦਾ ਲਾਭ ਮਿਲਦਾ ਹੈ ਵੀ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਆ ਜਾਂਦੇ ਨੇ ਤੇ ਦੁੱਖ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਚਲੇ ਜਾਂਦੇ ਨੇ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਵਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਵਿਖਿਆ ਦਾ ਅਰਥ ਹੁੰਦਾ ਹੈ ਮਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਾਇਆ ਫਿਰ ਉਹਨਾਂ ਨੂੰ ਪਹੁੰਚਦੀ ਨਹੀਂ ਹੈ, ਕੁਝ ਨਹੀਂ ਕਹਿੰਦੀ। ਮਿਲ ਸਾਧੂ ਗੁਣ ਗਾਹ। ਸਾਧੂ ਦਾ ਮਤਲਬ ਹੈ ਇੱਥੇ ਗੁਰੂ। ਉਹ ਗੁਰੂ ਦੇ ਨਾਲ ਮਿਲ ਕਰਕੇ
ਉਸ ਪਰਮੇਸ਼ਰ ਦੇ ਗੁਣ ਜਿਹੜੇ ਨੇ ਉਹ ਗਾਉਂਦੇ ਨੇ, ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਜਪਦੇ ਨੇ, ਸਦਾ ਹੀ ਉਹਦੇ ਨਾਲ ਜੁੜੇ ਰਹਿੰਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤੇ ਫਿਰ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਇਹ ਗੱਲ ਕਹਿੰਦੇ ਨੇ, ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਵਿਖਿਆ ਬਮੋਹਿਆ, ਕਛ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਉਹ ਤੇ ਪਰਮੇਸ਼ਰ ਦੇ ਦਰਸ਼ਨਾਂ ਦੇ ਵਾਸਤੇ ਉਹ ਹਮੇਸ਼ਾ ਤੜਫਦੇ ਰਹਿੰਦੇ ਨੇ, ਹਿਰਦੇ ਦੇ ਵਿੱਚ ਤਾਂਘ ਬਣਾ ਕੇ ਰਹਿੰਦੇ ਨੇ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ। ਜਿਸ ਪਰਮੇਸ਼ਰ ਤੋਂ ਇਹ ਜੀਵ ਪੈਦਾ ਹੋਇਆ ਹੈ, ਜਹ ਤੇ ਉਪਜੀ, ਜਿਸ ਪਰਮਾਤਮਾ ਤੋਂ ਇਹ ਆਤਮਾ ਆਈ ਹੋਈ ਹੈ, ਤਹ ਮਿਲੀ, ਉਸ ਪਰਮੇਸ਼ਰ ਦੇ ਵਿੱਚ ਉਹ ਲਿਵ ਜਿਹੜੀ ਹੈ ਉਹ ਜੁੜੀ ਰਹਿੰਦੀ ਹੈ। ਸੱਚੀ ਪ੍ਰੀਤ ਸਮਾਹ, ਉਹਦੀ ਪ੍ਰੀਤ ਜਿਹੜੀ ਹੈ ਉਸ ਸੱਚੇ ਦੇ ਨਾਲ ਜੁੜੀ ਰਹਿੰਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜਾ ਵੀ ਉਸ ਪਰਮੇਸ਼ਰ ਨੂੰ ਜਪਦਾ ਹੈ, ਜਿਹੜਾ ਵੀ ਉਸ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਫਿਰ ਉਹਦੇ ਵਰਗਾ ਹੋ ਜਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਨਿਰਭਉ ਹੈ। ਤੇ ਉਹਨੂੰ ਜਪਦਿਆਂ ਜਪਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੀਵ ਵੀ ਨਿਰਭਉ ਹੋ ਜਾਂਦਾ ਹੈ। ਭੈ ਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੇ ਤੈਸੋ ਹੋਏ। ਜਿੱਦਾਂ ਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੋਈ ਮਨੁੱਖ ਆਪਣੇ ਹਿਰਦੇ ਵਿੱਚ ਵਿਚਾਰ ਪੈਦਾ ਕਰਦਾ ਹੈ, ਉਸੇ ਤਰ੍ਹਾਂ ਦਾ ਉਹਦਾ ਜੀਵਨ ਜਿਹੜਾ ਹੈ ਉਹ ਬਣ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਧਨਾਸਰੀ ਰਾਗ ਵਿੱਚ ਕਹਿੰਦੇ ਨੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਜਪਿਆ, ਫਿਰ ਉਹ ਪਰਮੇਸ਼ਰ ਹਰੀ ਵਰਗੇ ਹੋ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਉਹ ਹਰੀ ਵਰਗੇ ਹੋ ਗਏ। ਉਹ ਪਰਮੇਸ਼ਰ ਦੇ ਜਿਹੋ ਜਿਹੇ ਗੁਣ ਨੇ, ਉਵੇਂ ਦੇ ਗੁਣ ਉਹਨਾਂ ਮਨੁੱਖਾਂ ਦੇ ਵਿੱਚ ਆ ਗਏ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰ ਕਿਰਪਾ ਜੈ ਨਰ ਕੋ ਕੀਨੀ, ਤੈ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹ ਤੇ ਫਿਰ ਪਰਮੇਸ਼ਰ ਦੇ ਨਾਲ ਇਵੇਂ ਜੁੜ ਜਾਂਦੇ ਨੇ, ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਕੇ ਉਹ ਇੱਕ ਰੂਪ ਹੋ ਜਾਂਦਾ ਹੈ। ਜਿਸ ਬਾਬਾ ਕਬੀਰ ਜੀ ਕਹਿੰਦੇ ਨੇ, ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਏ ਨਾ ਸਕੈ ਪਛਾਨੀ। ਕਹਿਣ ਲੱਗੇ ਫਿਰ ਉਹ ਪਰਮੇਸ਼ਰ ਤੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲਾ ਇੱਕ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਕੋਈ ਬਿਖਰੇਵਾਂ ਨਹੀਂ ਰਹਿ ਜਾਂਦਾ, ਕੋਈ ਪਹਿਚਾਣ ਹੀ ਨਹੀਂ ਸਕਦਾ। ਕਹਿੰਦੇ ਨੇ ਉਹ ਇੱਕ ਹੋ ਜਾਂਦੇ ਨੇ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਉਹਨਾਂ ਨੂੰ ਕੋਈ ਪਹਿਚਾਣ ਵੱਖਰੀ ਵੱਖਰੀ ਉਹਨਾਂ ਦੀ ਨਹੀਂ ਰਹਿ ਜਾਂਦੀ। ਅੱਗੇ ਸਤਿਗੁਰੂ ਮਹਾਰਾਜ ਪਾਵਨ ਬਚਨ ਵਿੱਚ ਆਖਦੇ ਨੇ, ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ। ਕਰ ਗਹਿ ਲੀਨੀ, ਪਰਮੇਸ਼ਰ ਜਿਹਦੀ ਬਾਂਹ ਪਕੜ ਕੇ ਆਪਣੇ ਨਾਲ ਜੋੜ ਲੈਂਦਾ ਹੈ, ਉਹ ਪਾਰ ਬ੍ਰਹਮ ਪਰਮੇਸ਼ਰ ਬਹੁੜ ਨਾ ਵਿਛੜਿਆ। ਸਾਹਿਬ ਕਹਿਣ ਲੱਗੇ, ਫਿਰ ਉਹ ਫਿਰ ਮੁੜ ਪਰਮੇਸ਼ਰ ਦੇ ਨਾਲੋਂ ਜਿਹੜਾ ਹੈ ਉਹ ਵਿਛੜਦਾ ਨਹੀਂ ਹੈ। ਉਹ ਤੇ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਪਰ ਉਹਦੇ ਨਾਲ ਜੁੜਨ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਦੀ ਸ਼ਰਨ ਪੈਣਾ ਪੈਂਦਾ ਹੈ। ਮੇਲ ਲਿਹੋ ਦਿਆਲ, ਟਹਿ ਪਏ ਦੁਬਾਰਿਆ। ਉਹ ਫਿਰ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਹੈ ਕਿ ਇਹ ਪਰਮੇਸ਼ਰ, ਇਹ ਦਿਆਲ ਪੁਰਖ, ਮੈਂ ਤੇਰੇ ਦਰ ਦੇ ਉੱਤੇ ਜਿਹੜਾ ਹੈ ਉਹ ਢਹਿ ਪਿਆ ਹਾਂ। ਰੱਖ ਲੇਵੋ ਦੀਨ ਦਿਆਲ, ਪਰਮਤ ਬਹੁ ਹਾਰਿਆ।
ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਸਾਹਿਬ ਕਹਿਣ ਲੱਗੇ ਨੇ ਉਹ ਦਿਆਲ ਪੁਰਖ ਜਿਹੜਾ ਹੈ, ਉਹ ਦੀਨਾਂ ਦੀ ਰੱਖਿਆ ਕਰਨ ਵਾਲਾ, ਉਹ ਭਗਤ ਵਸ਼ਲ ਹੈ। ਉਹਦਾ ਵਿਰਦ ਹੈ, ਮੁੰਡ ਕਦੀਮੀ ਉਹਦਾ ਸੁਭਾਅ ਹੈ। ਉਹ ਪਤਤਾਂ ਨੂੰ ਵੀ ਉਧਾਰ ਲੈਂਦਾ ਹੈ, ਪਾਪੀਆਂ ਨੂੰ ਵੀ ਉਧਾਰ ਕਰ ਦਿੰਦਾ ਹੈ। ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ। ਕਰ ਗਹਿ ਲਿਓ ਦਿਆਲ ਸਾਗਰ ਸੰਸਾਰਿਆ। ਉਹ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਜਿਹੜਾ ਉਹਦੀ ਸ਼ਰਨ ਆ ਜਾਂਦਾ ਹੈ, ਪਰਮੇਸ਼ਰ ਉਹਦੀ ਬਾਂਹ ਪਕੜ ਲੈਂਦਾ ਹੈ ਤੇ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਾਰ ਜਾਉ ਲੱਖ ਬੇਰੀਆਂ ਹਰ ਸੱਜਣ ਅਗਮ ਅਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਾਰ ਜਾਉ ਲੱਖ ਬੇਰੀਆਂ, ਮੈਂ ਲੱਖ ਵਾਰੀ ਉਸ ਪਰਮੇਸ਼ਰ ਦੇ ਬਾਰਨੇ ਜਾਂਦਾ ਹਾਂ, ਬਲਿਹਾਰਨੇ ਜਾਂਦਾ ਹਾਂ, ਜਿਹੜਾ ਉਹ ਪਰਮੇਸ਼ਰ ਸੱਜਣ ਅਗੰਮ। ਅਗੰਮ ਦਾ ਅਰਥ ਹੁੰਦਾ ਹੈ ਜਿੱਥੇ ਤੱਕ ਮਨੁੱਖ ਦੀ ਪਹੁੰਚ ਨਾ ਹੋ ਸਕੇ, ਉਹ ਪਰਮੇਸ਼ਰ ਆਪਹੁੰਚ ਹੈ। ਅਗੰਮ ਦਾ ਅਰਥ ਹੈ ਅਗਾਧ ਦਾ ਅਰਥ ਹੈ ਉਹ ਪਰਮੇਸ਼ਰ ਅਗਾਧ ਹੈ, ਡੂੰਘੇ ਜਿਗਰੇ ਵਾਲਾ ਹੈ। ਸਭ ਕਹਿਣ ਲੱਗੇ ਉਹ ਪਰਮੇਸ਼ਰ ਜਿਹੜਾ ਆਪਹੁੰਚ ਹੈ, ਡੂੰਘੇ ਜਿਗਰੇ ਵਾਲਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੈਂ ਉਹਦੇ ਕੋਲੋਂ ਲੱਖ ਵਾਰੀ ਜਿਹੜਾ ਹੈ ਬਾਰਨੇ ਬਲਿਹਾਰਨੇ ਜਾਂਦਾ ਹਾਂ। ਤੇ ਖਿਆਲ ਕਰਨਾ, ਉਹੀ ਇੱਕ ਸੱਜਣ ਇਹੋ ਜਿਹਾ ਸੱਜਣ ਹੈ ਜਿਹਦੇ ਕੋਲ ਬੈਠਿਆਂ ਮਨੁੱਖ ਦੀ ਸ਼ੋਭਾ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ। ਉਹੀ ਸਾਰਿਆਂ ਨੂੰ ਸਹਾਰਾ ਦੇਣ ਵਾਲਾ ਹੈ। ਪਰੰਤੂ ਮਨੁੱਖ ਦੀ ਹਾਲਾਤ ਕੀ ਹੈ, ਜਿਹੜੇ ਇਹ ਸੱਜਣ ਬਣਾਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਵੀ ਉਹਨਾਂ ਦੀ ਹਾਲਾਤ ਕੀ ਹੈ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਭ ਕਹਿਣ ਲੱਗੇ ਹਾਲਾਤ ਇਹ ਹੈ, ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁ ਦਸ ਘੇਰੇ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ। ਜਦੋਂ ਤੇ ਸੁੱਖਾਂ ਦੀ ਕਹਾਣੀ ਹੁੰਦੀ ਹੈ, ਫਿਰ ਉਹੀ ਦੋਸਤ ਮਿੱਤਰ ਚਾਰੇ ਪਾਸੇ ਘੇਰਾ ਪਾ ਕੇ ਰੱਖਦੇ ਨੇ, ਕੋਲ ਆ ਕੇ ਬੈਠਦੇ ਨੇ। ਪਰ ਜਦੋਂ ਕਿਤੇ ਵਿਪਤਾ ਆ ਜਾਵੇ, ਦੁੱਖ ਦੀ ਘੜੀ ਆ ਜਾਵੇ, ਤੇ ਉਹੀ ਮਿੱਤਰ ਫਿਰ ਸੰਗ ਛੱਡ ਕੇ ਦੂਰ ਚਲੇ ਜਾਂਦੇ ਨੇ, ਫਿਰ ਨੇੜੇ ਵੀ ਆਉਂਦੇ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਹਾਲਾਤ ਉਸ ਸੱਜਣਾ ਦੀ ਹੈ ਜਿਹੜੇ ਦੁਨਿਆਵੀ ਸੱਜਣ ਨੇ। ਪਰੰਤੂ ਉਹ ਪਰਮੇਸ਼ਰ ਜਿਹੜਾ ਹੈ, ਉਹ ਇਹੋ ਜਿਹਾ ਸੱਜਣ ਹੈ ਕਿ ਉਹ ਪਰਮੇਸ਼ਰ ਅਕਾਲ ਪੁਰਖ, ਉਹ ਬੜਾ ਅਪਹੁੰਚ ਹੈ, ਜਿੱਥੇ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਉਹ ਜੇ ਸੱਜਣ ਮਿਲ ਜਾਵੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬੇੜੀ ਪਾਰ ਕਰ ਦਿੰਦਾ ਹੈ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ। ਜਿਹੜੇ ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ ਤੇ ਫਿਰ ਉਹ ਪਰਮੇਸ਼ਰ ਨਾਰਾਇਣ ਜਿਹੜਾ ਹੈ ਉਹਨਾਂ ਦੀ ਇੱਜ਼ਤ ਰੱਖਦਾ ਹੈ। ਸ਼ਰਮ ਦਾ ਮਤਲਬ ਇੱਜ਼ਤ, ਉਹ ਉਹਨਾਂ ਦੀ ਇੱਜ਼ਤ ਰੱਖਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੂੰ ਸਮਰੱਥ ਬੜਾ ਮੇਰੀ ਮਤ ਥੋਰੀ ਰਾਮ, ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਉਹ ਪਰਮੇਸ਼ਰ ਸਮਰੱਥ ਹੈ। ਮਨੁੱਖ ਦੀ ਮਤ ਜਿਹੜੀ ਹੈ ਉਹ ਥੋਰੀ ਹੈ। ਉਹ ਤੇ ਅਕਿਰਤ ਘਣ ਭਾਵ ਜਿਹੜਾ ਮਨੁੱਖ ਉਸ ਪਰਮੇਸ਼ਰ ਦੀ ਸ਼ੁਕਰਾਨਾ ਹੀ ਨਹੀਂ ਕਰਦਾ, ਉਹਦਾ ਧੰਨਵਾਦ ਹੀ ਨਹੀਂ ਕਰਦਾ, ਅਕਿਰਤ ਕਣ, ਉਹਨਾਂ ਨੂੰ ਵੀ ਉਹ ਪਾਲਦਾ ਹੈ। ਉਹਨਾਂ ਦੇ ਉੱਤੇ ਵੀ ਉਹ ਪੂਰਨ ਦ੍ਰਿਸ਼ਟ ਜਿਹੜੀ ਹੈ ਉਹ ਰੱਖ ਦਿੰਦਾ ਹੈ।
ਉਹ ਪਰਮੇਸ਼ਰ ਤੇ ਇਹੋ ਜਿਹਾ ਹੈ, ਅਗਾਧ ਬੋਧ ਅਪਾਰ ਕਰਤੇ, ਮੋਹੇ ਨੀਚ ਕਛੂ ਨਾ ਜਾਨਾ, ਰਤਨ ਤਿਆਗ ਸੰਗ੍ਰਹਿ ਕੌਡੀ, ਪਸ਼ੂ ਨੀਚ ਇਆਨਾ, ਤਿਆਗ ਚਲਤੀ ਮਹਾ ਚੰਚਲ, ਦੋਖ ਕਰ ਕਰ ਜੋਰੀ, ਨਾਨਕ ਸ਼ਰਨ ਸਮਰੱਥ ਸੁਆਮੀ, ਪੈਜ ਰਾਖੋ ਮੋਰੀ। ਉਹ ਤੇ ਪਰਮੇਸ਼ਰ ਸ਼ਰਨ ਆਇਆਂ ਦੀ ਪੈਜ ਜਿਹੜਾ ਹੈ ਉਹ ਰੱਖਦਾ ਹੈ, ਕੋਈ ਉਹਦੇ ਦਰ ਦੇ ਉੱਤੇ ਢਹਿ ਪਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ, ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਜਿਹੜੀ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਦੀ ਉਹ ਲਾਜ ਜਿਹੜੀ ਹੈ ਉਹ ਰੱਖਦਾ ਹੈ, ਉਹ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਰੱਖਦਾ ਹੈ। ਸ਼ਰਮ ਪਈ ਨਰਾਇਣੇ, ਨਾਨਕ ਦਰ ਪਈਆ, ਜਿਹੜੇ ਉਹਦੇ ਦਰ ਦੇ ਉੱਤੇ ਪੈ ਜਾਂਦੇ ਨੇ। ਅਖੀਰ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਸਭ ਕਹਿਣ ਲੱਗੇ ਪੋਹ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ। ਸੁਹੰਦਾ ਦਾ ਮਤਲਬ ਸੋਹਣਾ। ਸਰਬ ਸੁੱਖ, ਤੇ ਉਹਨਾਂ ਨੂੰ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਜਿਸ ਬਖਸ਼ੇ ਬੇਪਰਵਾਹ, ਜਿਸ ਮਨੁੱਖ ਨੂੰ ਉਹ ਬੇਪਰਵਾਹ ਪਰਮੇਸ਼ਰ ਜਿਹੜਾ ਹੈ ਉਹ ਬਖਸ਼ ਲਵੇ, ਭਾਵ ਆਪਣੇ ਨਾਲ ਜੋੜ ਲਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਵਾਸਤੇ ਇਹ ਪੋਹ ਦਾ ਮਹੀਨਾ ਸੁੱਖਾਂ ਵਾਲਾ ਸੁਹਾਵਣਾ ਬਣ ਜਾਂਦਾ ਹੈ। ਤੇ ਖਿਆਲ ਕਰਨਾ, ਕਿਸੇ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੋਵੇ, ਕਿਸੇ ਦੇ ਕੋਲੋਂ ਕੋਈ ਪ੍ਰਾਪਤ ਕਰਨਾ ਹੋਵੇ, ਤੇ ਫਿਰ ਦੁਨਿਆਵੀ ਤੌਰ ਤੇ ਵੀ ਆਪਾਂ ਵੇਖਦੇ ਹਾਂ, ਮਾਤਾ ਪਿਤਾ ਦੇ ਕੋਲੋਂ ਕੋਈ ਚੀਜ਼ ਪ੍ਰਾਪਤ ਕਰਨੀ ਹੋਵੇ, ਤੇ ਮਾਤਾ ਪਿਤਾ ਦੇ ਕੋਲੋਂ ਚੀਜ਼ ਪ੍ਰਾਪਤ ਕਰਨ ਤੋਂ ਪਹਿਲਾਂ ਉਹਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਹੈ, ਉਹਨਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ ਹੈ। ਇੱਕ ਮਿੱਤਰ ਦੂਜੇ ਮਿੱਤਰ ਦੀ ਪ੍ਰਸ਼ੰਸਾ ਪ੍ਰਾਪਤ ਕਰਨੀ ਚਾਹਵੇ, ਤੇ ਮਿੱਤਰ ਦੇ ਅਨੁਸਾਰ ਉਹਦੀਆਂ ਆਦਤਾਂ ਦੇ ਮੁਤਾਬਕ ਉਹਦੇ ਨਾਲ ਜੁੜਨਾ ਪੈਂਦਾ ਹੈ। ਇਹੀ ਦੁਨਿਆਵੀ ਨਿਯਮ ਜਿਹੜਾ ਹੈ ਉਹ ਅਕਾਲ ਪੁਰਖ ਦੇ ਨਾਲ ਵੀ ਜੁੜਦਾ ਹੈ, ਵੀ ਜਿਹਨੇ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ, ਉਹਨੂੰ ਪਰਮੇਸ਼ਰ ਦੇ ਅਨੁਸਾਰ ਚੱਲਣਾ ਪਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਹੀ ਫਰਮਾਉਂਦੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹਨੇ ਪਰਮੇਸ਼ਰ ਦੀ ਨੇੜਤਾ ਪ੍ਰਾਪਤ ਕਰਨੀ ਹੈ, ਉਹਨੂੰ ਹੁਕਮ ਰਜ਼ਾ ਦੇ ਵਿੱਚ ਚੱਲਣਾ ਹੀ ਪਏਗਾ। ਧੰਨ ਗੁਰੂ ਰਾਮਦਾਸ ਮਹਾਰਾਜ ਵੀ ਫਰਮਾਉਂਦੇ ਹਨ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਜਿਹੜਾ ਹੈ ਉਹ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ, ਤੇ ਉਹ ਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਅਸੀਂ ਵੀ ਸਤਿਗੁਰੂ ਮਹਾਰਾਜ ਦੇ ਕਹੇ ਅਨੁਸਾਰ ਪਰਮੇਸ਼ਰ ਦੇ ਭਾਣੇ ਵਿੱਚ ਚੱਲੀਏ, ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲੀਏ, ਫਿਰ ਉਹ ਪਰਮੇਸ਼ਰ ਸਾਨੂੰ ਬਖਸ਼ ਦੇਵੇਗਾ, ਅਤੇ ਇਹ ਚੜ੍ਹਿਆ ਹੋਇਆ ਪੋਹ ਦਾ ਜੋ ਮਹੀਨਾ ਹੈ ਇਹ ਸਾਡੇ ਵਾਸਤੇ ਸੁੱਖਾ ਭਰਿਆ ਹੋਵੇਗਾ ਅਤੇ ਸੁਹਾਵਣਾ ਬਣ ਜਾਏਗਾ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਬੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।